ਹੈਲਥ ਪਲਸ ਪ੍ਰੋਗਰਾਮ 'ਚ ਤੁਹਾਡਾ ਸਭ ਦਾ ਸਵਾਗਤ ਹੈ। ਡਾਕਟਰਸ ਡੇ ਦੇ ਮੌਕੇ ਤੇ ਸਾਡੀ ਟੀਮ ਨੇ ਵਿਜ਼ਿਟ ਕੀਤਾ ਮੰਨਤ ਸੁਪਰ ਸਪੈਸ਼ਲਿਟੀ ਹਸਪੀਟਲ 16 ਲਿੰਕ ਰੋਡ ਲਾਜਪਤ ਨਗਰ ਜਲੰਧਰ ਵਿਖੇ। ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ डॉक्टर श्वेता नंदा जी नाल, जो कि MD गायनी और ओबेस्ट्रिशियन ने और बहुत ही फेमस गायनिकोलॉजिस्ट ने जलंधर दे और ये फर्टिलिटी और IVF स्पैशलिस्ट भी ने। सारी टीम ने डॉक्टर श्वेता नंदा जी नाल गलबात की ते उन्हां कोलों इस्त्री रोगां दे बारे दे विच जानकारी हासिल की। बेऔलाद जोड़ियां दे लई सुखद खबर कि अगर किसी भी किस्म की कोई प्रॉब्लम है तो डॉक्टरी सलाह दे नाल संतान सुख की प्राप्ति कर सकते हैं। इस दे बारे भी सानू डॉक्टर श्वेता नंदा जी ने दस्सिया। कोरोना महामारी के दौरान भी मन्नत सुपर स्पैशलिटी हॉस्पिटल वालों बहुत ही वधिया तरीके नाल सेवावां दित्तियां गईयां। दर्शकों, पंजाब प्लस चैनल ते तुहाडा स्वागत है। गल कर रहे हैं डॉक्टर श्वेता नंदा जी दे नाल, जो पिछले लंबे समय तो अपने सेवावां दे रहे हैं गैनी दे फील्ड 'ਚ और हज़ारां दी गिनती दे विच उन्हां लेडीज़ नूं एक नवीं जिंदगी दित्ती जिहड़े बहुत ही ज़्यादा परेशान सीगे, इशूलैस सीगे। उन्हां नूं संतान सुख की प्राप्ति करके एक नवां जिहड़ा मुकाम इन्हां ने हासिल किया और मन्नत सुपर स्पैशलिटी हॉस्पिटल 'ਚ अपने सेवावां निभा रहे हैं। बैकबोन ने इस हॉस्पिटल की। दसो तुहाडा स्वागत है साडे स्पैशल शो 'ਚ। थैंक यू जी, थैंक यू सो मच। ਤੁਸੀਂ ਆਪਣੀ ਸੇਵਾਵਾਂ ਸ਼ੁਰੂ ਕੀਤੀਆਂ, ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰ ਲਈਏ ਹਾਈ ਰਿਸਕ ਪ੍ਰੈਗਨੈਂਸੀਜ਼ ਦੀ ਗੱਲ ਕਰ ਲਈਏ, ਉਸ ਤੋਂ ਬਾਅਦ ਆਪਾਂ IVF ਦੀ ਗੱਲ ਕਰ ਲਈਏ, ਐਕਸੀ ਦੀ ਗੱਲ ਕਰ ਲਈਏ, ਟੀਸਾ ਮਿਸਾ ਊਸਾਈਡ ਫ੍ਰੀਜ਼ਿੰਗ ਦੀ ਗੱਲ ਕਰ ਲਈਏ, ਤਾਂ ਤੁਸੀਂ ਆਪਣੇ ਆਪ ਨੂੰ ਹਮੇਸ਼ਾ ਜਿਹੜਾ ਹੈਗਾ ਨਈ ਚੀਜ਼ਾਂ ਦੇ ਨਾਲ ਜੋੜਿਆ ਔਰ ਇਸ ਹਸਪੀਟਲ ਨੂੰ ਮੰਨਤ ਜਿਹੜਾ ਫਰਟੀਲਿਟੀ ਸੈਂਟਰ ਹੈਗਾ, IVF ਸੈਂਟਰ ਹੈਗਾ, ਉਹਨੂੰ ਤੁਸੀਂ ਇਸ ਮੁਕਾਮ ਤੇ ਲੈ ਕੇ ਕਿ ਹਾਈ ਰਿਸਕ ਪ੍ਰੈਗਨੈਂਸੀਜ਼ ਔਰ ਉਧਰ ਗਾਇਨੀ ਦਾ ਜਿੰਨਾ ਵੀ ਕੰਮ ਹੈਗਾ ਉਹਦੇ ਨਾਲ ਇਨਫਰਟੀਲਿਟੀ ਦੋਨਾਂ ਚੀਜ਼ਾਂ ਦੇ ਉੱਤੇ ਤੁਸੀਂ ਐਮਫਸਾਈਜ਼ ਕਰ ਰਹੇ ਹੋ। हाँ जी बिल्कुल, ਅਸੀਂ ਹਰ ਤਰ੍ਹਾਂ ਦੀਆਂ ਸੇਵਾਵਾਂ ਜਿਹੜੀਆਂ ਹੈਗੀਆਂ ਗਾਇਨੀ ਦੇ ਰਿਲੇਟਿਡ ਦੇ ਰਹੇ ਹਾਂ। ਔਰ ਅੱਜ ਇੰਟਰਨੈਸ਼ਨਲ ਵੂਮੈਨਸ ਡੇ ਤੇ ਜਿਹੜੀ ਹੈਗੀ ਹੈ, ਮੈਂ ਇੱਕ ਜਨਰਲ ਲੇਡੀਜ਼ ਨੂੰ ਜਿਹੜੀ ਆਪਣੀ ਹੈਲਥ ਦਾ ਕੇਅਰ ਕਰਨੀ ਚਾਹੀਦੀ ਹੈ ਉਸ ਬਾਰੇ ਜ਼ਿਆਦਾ ਦੱਸਣਾ ਚਾਹਾਂਗੀ। ਜਿਹੜੀਆਂ ਸਪੈਸ਼ਲਾਈਜ਼ਡ ਡਿਜ਼ੀਜ਼ਜ਼ ਹੈ ਕਿ ਜਿਸ ਕਿਸੇ ਨੂੰ ਕੋਈ ਪ੍ਰੋਬਲਮ ਹੈ, ਕੋਈ ਸਰਜਰੀ ਹੈ ਜਾਂ IVF ਹੈ, ਉਹ ਸਭ ਤਾਂ ਅਸੀਂ ਕਰ ਹੀ ਰਹੇ ਹਾਂ। ਲੇਕਿਨ ਕੁਝ ਚੀਜ਼ਾਂ ਹੈ ਜੋ ਹਰ ਲੇਡੀ ਦੇ ਲਈ ਇੰਪੋਰਟੈਂਟ ਹੈ, ਉਹ ਹੈਗੀਆਂ ਹੈਲਥ ਦੇ ਰਿਲੇਟਡ। ਲੇਡੀਜ਼ ਦੀ ਇਹ ਆਦਤ ਹੁੰਦੀ ਹੈ ਕਿ ਆਪਣੀ ਫੈਮਿਲੀ ਦਾ ਸਭ ਦਾ ਖਿਆਲ ਰੱਖਣਗੀਆਂ। ਜੇ ਅਸੀਂ ਇਹਨਾਂ ਨੂੰ ਕਹੀਏ ਕਿ ਬੱਚਿਆਂ ਦੀ ਹੈਲਥ ਲਈ ਕੁਝ ਕਰਨਾ ਹੈ ਤਾਂ ਇਹ ਇੱਕਦਮ ਦੌੜ ਕੇ ਕਰਨਗੀਆਂ, ਲੇਕਿਨ ਆਦਤ ਹੈ ਕਿ ਆਪਣੀ ਹੈਲਥ ਨੂੰ ਇਗਨੋਰ ਕਰਨਾ। ਤਾਂ ਮੈਂ ਸਾਰੀ ਲੇਡੀਜ਼ ਨੂੰ ਇਹ ਕਹੂੰਗੀ ਕਿ ਸਭ ਤੋਂ ਪਹਿਲੇ ਤੁਹਾਡਾ ਆਪਣਾ ਜਿਹੜਾ ਹੈਲਦੀ ਰਹਿਣਾ ਉਹ ਬਹੁਤ ਜ਼ਰੂਰੀ ਹੈ। ਤੁਸੀਂ ਆਪਣੀ ਹੈਲਥ ਅੱਛੀ ਹੋਏਗੀ ਤਾਂ ਤੁਸੀਂ ਸਾਰਿਆਂ ਦੀ ਜਿਹੜੀ ਹੈ ਉਹ ਕੇਅਰ ਕਰ ਸਕਦੇ ਹੋ। ਆਪਣੀ ਹੈਲਥ ਦੇ ਵਿੱਚ ਦੋ ਚੀਜ਼ਾਂ ਹੈ ਜੋ ਇੱਕ ਜਨਰਲ ਹੈਲਥ ਦਾ ਹੈ, ਆਪਣਾ ਤੁਸੀਂ ਡਾਈਟ ਦਾ ਧਿਆਨ ਰੱਖੋ, ਨਿਊਟ੍ਰੀਸ਼ੀਅਸ ਡਾਈਟ ਲਓ। ਔਰ ਦੂਸਰੀ ਚੀਜ਼ ਹੈ ਕਿ ਆਪਣਾ ਐਕਸਰਸਾਈਜ਼ ਜਿਹੜੀ ਹੈ ਉਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਆਪਣਾ ਐਨਰਜੀ ਲੈਵਲ ਹਾਈ ਰਹੇ। ਹਰ ਏਜ ਦੇ ਵਿੱਚ ਐਕਸਰਸਾਈਜ਼ ਜਿਹੜੀ ਹੈ ਉਹ ਜ਼ਰੂਰੀ ਹੈ। ਈਵਨ ਐਡੋਲੈਸੈਂਟਸ ਤੋਂ ਲੈ ਕੇ ਮੀਨੋਪੌਜ਼ਲ ਤੱਕ, ਓਲਡ ਏਜ ਤੱਕ ਸਭ ਲੇਡੀਜ਼ ਨੂੰ ਜਿਹੜੀ ਹੈ ਪ੍ਰੋਪਰ ਐਕਸਰਸਾਈਜ਼ ਚਾਹੀਦੀ ਹੈ। ਔਰ ਕੁਝ ਹੈਲਥ ਰਿਲੇਟਿਡ ਜੋ ਸਪੈਸ਼ਲੀ ਗਾਇਨੀ ਦੇ ਰਿਲੇਟਿਡ ਦੋ ਇਸ਼ੂਜ਼ ਹੈ ਜਿਨ੍ਹਾਂ ਨੂੰ ਕਿ ਸਾਡੀ ਈਵਨ ਜਿਹੜੀ ਗਾਇਨਿਕਸ ਦੀ ਐਸੋਸੀਏਸ਼ਨ ਹੈ ਫੌਕਸੀ, ਉਹਦੇ ਵੱਲੋਂ ਵੀ ਸਾਡੀ ਇਸ ਬਾਰੇ ਮੁਹਿੰਮ ਹੈ ਕਿ ਆਪਾਂ ਲੇਡੀਜ਼ ਨੂੰ ਔਰ ਲੜਕੀਆਂ ਨੂੰ ਜਾਗਰੂਕ ਕਰੀਏ ਦੋ ਚੀਜ਼ਾਂ ਬਾਰੇ ਕਿ ਉਹਨਾਂ ਨੇ ਆਪਣੇ ਆਪ ਨੂੰ ਕੈਂਸਰ ਤੋਂ ਬਚਾਉਣਾ। ਇੱਕ ਤਾਂ ਹੈਗਾ ਸਰਵਾਈਕਲ ਕੈਂਸਰ, ਯੂਟਰਸ ਦਾ ਕੈਂਸਰ ਹੁੰਦਾ, ਯੂਟਰਸ ਦੇ ਮੂੰਹ ਦਾ। ਉਸ ਤੋਂ ਬਚਣ ਦੇ ਲਈ ਅੱਜ ਕੱਲ੍ਹ ਇੰਜੈਕਸ਼ਨ ਲੱਗਦਾ ਹੈ, ਵੈਕਸੀਨ ਲੱਗਦੀ ਹੈ ਜਿਸ ਦੀਆਂ ਕਿ 2 ਜਾਂ 3 ਡੋਜ਼ਿਸ ਹੁੰਦੀਆਂ। 10 ਸਾਲ ਤੋਂ ਉਮਰ ਤੋਂ ਲੈ ਕੇ ਹੀ ਸਾਰੀਆਂ ਕੁੜੀਆਂ ਨੂੰ 10 ਤੋਂ 15 ਸਾਲ ਦੇ ਵਿੱਚ ਜੇ ਇੰਜੈਕਸ਼ਨ ਲਗਵਾਓ ਤਾਂ ਉਹਦੀਆਂ 2 ਡੋਜ਼ਿਸ ਲੱਗਦੀਆਂ। ਔਰ 15 ਤੋਂ ਲੈ ਕੇ 45 ਸਾਲ ਤੱਕ ਦੀਆਂ ਜਿੰਨੀ ਵੀ ਲੇਡੀਜ਼ ਹੈ ਉਹਨਾਂ ਨੂੰ ਅੱਗੇ ਆ ਕੇ ਆਪ ਵਲੰਟੀਅਰ ਕਰਕੇ ਇਹ ਜ਼ਰੂਰ ਇੰਜੈਕਸ਼ਨ ਲਗਵਾਉਣਾ ਚਾਹੀਦਾ ਹੈ। ਇਸ ਦੇ ਲਗਾਏ ਤੇ ਅੱਗੇ ਜਾ ਕੇ ਲੰਬੇ ਪੂਰੀ ਲਾਈਫ ਲੌਂਗ ਉਹਨਾਂ ਦੇ ਜਿਹੜੇ ਹੈ ਇਹ ਕੈਂਸਰ ਤੋਂ ਪ੍ਰੋਟੈਕਸ਼ਨ ਮਿਲਦਾ। ਦੱਸੋ, ਅਗਰ ਆਪਾਂ ਗੱਲ ਕਰ ਲਈਏ ਟਿਊਬਰਕਲੋਸਿਸ ਦੀ ਗੱਲ ਕਰ ਲਈਏ ਤਾਂ ਟਿਊਬਰਕਲੋਸਿਸ ਜਿਹੜਾ ਅਨਆਇਡੈਂਟੀਫਾਈਡ ਵੀ ਰਹਿ ਜਾਂਦਾ ਹੈਗਾ ਔਰ ਕਈ ਵਾਰ ਟੈਸਟਾਂ 'ਚ ਵੀ ਨਹੀਂ ਆਉਂਦਾ, ਲੇਕਿਨ ਟਿਊਬਰਕਲੋਸਿਸ ਤੁਸੀਂ ਡਾਕਟਰਸ ਜਿਹੜਾ ਹੈਗਾ ਮੇਨ ਕਾਰਨ ਕਈ ਵਾਰ ਇਨਫਰਟੀਲਿਟੀ ਦਾ ਮੰਨ ਲੈਂਦੇ ਹੋ। ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਇਹ ਟਿਊਬਰਕਲੋਸਿਸ ਨੇ ਇੱਕ ਆਪਣੇ ਸਿੰਪਟਮ ਵੀ ਨਹੀਂ ਉਹੋ ਜਿਹੇ ਛੱਡਦਾ ਹੈਗਾ, ਕਿਉਂਕਿ ਅਗਰ ਤਾਂ ਬਾਹਰੋਂ ਟਿਊਬਰਕਲੋਸਿਸ ਹੁੰਦਾ ਕਿਸੇ ਹੋਰ ਚੀਜ਼ ਦਾ ਹੁੰਦਾ ਤਾਂ ਬੰਦੇ ਨੂੰ ਪਤਾ ਵੀ ਲੱਗ ਜਾਂਦਾ ਹੈਗਾ ਲੇਡੀਜ਼ ਨੂੰ। ਕੀ ਕਹਿਣਾ ਚਾਹੋਗੇ? ਬਹੁਤ ਹੀ ਕਾਮਨ ਹੈ ਇੰਡੀਆ ਦੇ ਵਿੱਚ, ਤਾਂ ਇਹ ਕਾਫੀ ਕਾਮਨ ਪ੍ਰੋਬਲਮ ਹੈ ਇਨਫਰਟੀਲਿਟੀ ਦੇ ਵਿੱਚ ਵੀ ਔਰ ਬਾਕੀ ਵੀ ਜਨਰਲ ਗਾਇਨੀ ਪ੍ਰੋਬਲਮਸ ਦੇ ਵਿੱਚ। ਕਿੱਦਾਂ ਪੀਰੀਅਡ ਜ਼ਿਆਦਾ ਆ ਰਹੇ ਹੈ ਜਾਂ ਘੱਟ ਆ ਰਹੇ ਹੈ, ਪੇਟ ਦਰਦ ਹੋ ਰਿਹਾ ਹੈ, ਪੇਟ ਦੇ ਵਿੱਚ ਸਵੈਲਿੰਗ ਹੋ ਰਹੀ ਹੈ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਪ੍ਰੋਬਲਮ ਜਿਹੜਾ ਟਿਊਬਰਕਲੋਸਿਸ ਕਰਦਾ ਹੈ। ਕਈ ਵਾਰੀ ਇਹ ਡਿਟੈਕਟ ਨਹੀਂ ਹੁੰਦਾ। ਸਾਡੇ ਕੋਲ ਕੁੜੀਆਂ ਆਉਂਦੀਆਂ ਜਾਂ ਜਿਨ੍ਹਾਂ ਨੂੰ ਭੁੱਖ ਨਹੀਂ ਲੱਗ ਰਹੀ, ਵੇਟ ਲਾਸ ਹੋ ਰਿਹਾ ਹੈ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਪ੍ਰੋਬਲਮਸ ਇਹ ਕਰਦਾ ਹੈ। ਤਾਂ ਇਹਦੇ ਸਪੈਸ਼ਲ ਅਸੀਂ ਟੈਸਟ ਕਰੀਦੇ ਹੈ, ਉਹ ਡਿਟੈਕਟ ਹੋ ਜਾਂਦਾ ਹੈ ਔਰ ਉਸ ਤੋਂ ਬਾਅਦ ਇਹਦੇ ਲਈ ਸਪੈਸ਼ਲ ਟ੍ਰੀਟਮੈਂਟ ਵੀ ਜਿਹੜਾ ਹੈਗਾ ਇਹਦਾ ਪ੍ਰੋਪਰ 6 ਮਹੀਨੇ ਜਾਂ 9 ਮਹੀਨੇ ਦਾ ਟ੍ਰੀਟਮੈਂਟ ਹੁੰਦਾ ਹੈ ਜਿਸ ਦੇ ਨਾਲ ਕਿ ਬਹੁਤ ਅੱਛਾ ਰਿਸਪੌਂਸ ਆਉਂਦਾ ਹੈ। ਇਹਦੀ ਪ੍ਰੋਟੈਕਸ਼ਨ ਲਈ ਵੀ ਉਹੀ ਹੈ ਕਿ ਆਪਣਾ ਇਮਿਊਨਿਟੀ ਲੈਵਲ ਹਾਈ ਹੋਵੇ। ਜਿਸ ਤਰ੍ਹਾਂ ਆਪਾਂ ਕੋਰੋਨਾ ਲਈ ਕਹੀਦਾ ਹੈ ਨਾ ਕਿ ਉਹ ਵੀ ਸਾਹ ਦੀ ਬਿਮਾਰੀ ਹੈ, ਇਹ ਵੀ ਸਪਰੈਡ ਤਾਂ ਸਾਹ ਤੋਂ ਹੁੰਦਾ ਹੈ।
ਲੇਕਿਨ ਜਿਹਦੀ ਬਾਡੀ ਦੀ ਰੈਜ਼ਿਸਟੈਂਸ ਅੱਛੀ ਹੈ ਉਹ ਇਸ ਤੋਂ ਰਿਕਵਰ ਛੇਤੀ ਕਰ ਜਾਂਦੇ ਆ। ਤੇ ਜਿਹੜੀ ਜਨਰਲ ਪ੍ਰੀਕਾਸ਼ਨਸ ਹੈਗੀਆਂ, ਮਤਲਬ ਜਨਰਲ ਹਾਈਜੀਨ ਪਲੱਸ ਆਪਣੀ ਅੱਛੀ ਨਿਊਟ੍ਰੀਸ਼ੀਅਸ ਡਾਈਟ ਹੋਵੇ ਤਾਂ ਇਸ ਬਿਮਾਰੀ ਤੋਂ ਵੀ ਬਚਿਆ ਜਾ ਸਕਦਾ। ਡਾਕਟਰ ਸ਼ਵੇਤਾ, ਜਿਸ ਦਾ ਮਲਟੀਪਲ ਆਈਵੀਐਫ ਫੇਲਿਅਰ ਲਈ ਤੁਸੀਂ ਬਹੁਤ ਮੰਨੇ ਜਾਂਦੇ ਹੋ, ਕੀ ਕਹਿਣਾ ਚਾਹੋਗੇ ਕਿ ਇਸ ਜ਼ੋਨ 'ਚ ਲੈ ਜਾਂਦੇ ਹੋ? ਕੀ ਕਾਰਨ ਹੈ ਕਿ ਜਿਹੜੇ ਮਲਟੀਪਲ ਆਈਵੀਐਫ ਫੇਲਿਅਰ ਵਾਲੇ ਬੜੀ ਦੂਰ ਦੂਰ ਤੋਂ ਵਿਚਾਰੇ ਔਖੇ ਹੋ ਕੇ ਆਉਂਦੇ ਨੇ, ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਮਿਲਦੀ ਹੈ? ਕੀ ਕਾਰਨ ਉਹਦਾ? ਕਿਸ ਤਰੀਕੇ ਨਾਲ ਕਿ ਤੁਸੀਂ ਆਪਣੀ ਕਾਉਂਸਲਿੰਗ ਦੇ ਵਿੱਚ ਇੰਨਾ ਦਮ ਭਰ ਦਿੰਦੇ ਹੋ, ਜਾਂ ਤੁਸੀਂ ਸਿੰਪਲਿਸਿਟੀ ਨਾਲ, ਮਤਲਬ ਕਿਸ ਤਰੀਕੇ ਨਾਲ ਉਹਨਾਂ ਨੂੰ ਨਵੀਂ ਜ਼ਿੰਦਗੀ ਦਿੰਦੇ ਹੋ? ਅਸੀਂ ਦੋਨੋਂ ਚੀਜ਼ਾਂ ਤੇ ਹੀ, ਇੱਕ ਤਾਂ ਜਿਹੜਾ ਪੇਸ਼ੈਂਟ ਦੇ ਬਾਰ-ਬਾਰ ਟ੍ਰੀਟਮੈਂਟ ਹੋਏ ਹੁੰਦੇ ਆ, ਕੋਈ ਪੇਸ਼ੈਂਟ 20 ਸਾਲ ਤੋਂ ਮੈਰਿਡ ਹੈ, ਬਾਰ-ਬਾਰ IUI/IVF ਕਰਾ ਰਹੇ ਹੈ, ਸਭ ਤੋਂ ਜ਼ਿਆਦਾ ਤਾਂ ਉਹਨਾਂ ਨੂੰ ਇੱਕ ਸਾਈਕੋਲੋਜੀਕਲ ਸਪੋਰਟ ਦੀ ਜ਼ਰੂਰਤ ਹੈ ਔਰ ਹੌਸਲੇ ਦੀ ਜ਼ਰੂਰਤ ਹੈ ਕਿ ਪੇਸ਼ੈਂਟ ਸਾਨੂੰ ਬਾਰ-ਬਾਰ ਪੁੱਛਦੇ ਆ ਕਿ ਡਾਕਟਰ ਸਾਹਿਬ ਸਾਡੇ ਬੱਚਾ ਹੋ ਵੀ ਜਾਏਗਾ ਕਿ ਅਸੀਂ ਇੰਨੀ ਟ੍ਰੀਟਮੈਂਟ ਕਰਾ ਰਹੇ ਹਾਂ। ਬਟ ਆਫ ਕੋਰਸ ਇਹ ਹੈ ਕਿ ਪਹਿਲਾਂ ਤਾਂ ਚੈੱਕਅਪ ਹੈ ਕਿ ਚੈੱਕਅਪ ਕਰਕੇ ਹੀ ਹੈ ਕਿ ਜਿਹਦਾ ਸਾਨੂੰ ਫੇਵਰੇਬਲ ਲੱਗੇ ਕਿ ਇਸ ਕੇਸ ਦੇ ਵਿੱਚ ਉਮੀਦ ਹੈ, ਜਦੋਂ ਯੂਟਰਸ ਅੱਛਾ ਹੈ, ਲਾਈਨਿੰਗ ਅੱਛੀ ਹੈ, ਤਾਂ ਇਹਦੇ 'ਚ ਪੇਸ਼ੈਂਟ ਦਾ ਹੌਸਲਾ ਬਣਾਉਣਾ ਵੀ ਸਾਡਾ ਫਸਟ ਸਟੈਪ ਹੁੰਦਾ ਹੈ। ਔਰ ਉਸ ਤੋਂ ਇਲਾਵਾ ਨਾਲ ਦੀ ਨਾਲ ਇਹਦੇ 'ਚ ਸਾਡੇ ਕੋਲ ਕਾਫੀ ਸਪੈਸ਼ਲਾਈਜ਼ਡ ਟ੍ਰੀਟਮੈਂਟ ਹੁੰਦੇ ਹੈ, ਬਲਾਸਟੋਸਿਸਟ ਕਲਚਰ ਹੈ, ਅਸਿਸਟਡ ਹੈਚਿੰਗ ਹੈ, ਹੋਰ ਕਾਫੀ ਸਾਰੇ ਸਾਡੇ ਕੋਲ ਮੈਥਡਸ ਇਹਦੇ ਹੈਗੇ ਆ ਜਿਹਦੇ ਨਾਲ ਕਿ ਅਸੀਂ ਕੋਸ਼ਿਸ਼ ਕਰੀਦੀ ਹੈ ਕਿ ਪੇਸ਼ੈਂਟਸ ਨੂੰ ਜ਼ਰੂਰ ਸਕਸੈਸ ਮਿਲੇ। ਦੱਸੋ, ਓਸਾਈਟ ਫ੍ਰੀਜ਼ਿੰਗ ਜਿਹੜੀ ਕਿ ਪਹਿਲਾਂ ਤਾਂ ਬਹੁਤ ਰੇਅਰ ਹੁੰਦੀ ਸੀਗੀ, ਲੇਕਿਨ ਤੁਸੀਂ ਲੰਬੇ ਸਮੇਂ ਤੋਂ ਇਹ ਕਰ ਰਹੇ ਹੋ, ਔਰ ਕਿਉਂਕਿ ਇਹ ਜਿਹੜਾ ਹੈਗਾ NRI ਬੈਲਟ ਹੈਗੀ ਹੈ ਜਲੰਧਰ ਦੀ, ਔਰ ਲੋਕ ਜਿਹੜੇ ਕੈਰੀਅਰ ਕੌਨਸ਼ੀਅਸ ਵੀ ਹੈਗੇ ਆ, ਦੋਨੇ ਚੀਜ਼ਾਂ ਜਦੋਂ ਨਾਲ ਅਟੈਚ ਕਰ ਰਹੇ ਤਾਂ ਓਸਾਈਟ ਫ੍ਰੀਜ਼ਿੰਗ ਦਾ ਵੀ ਅੱਜ ਕੱਲ੍ਹ ਰੁਝਾਨ, ਔਰ ਕੈਂਸਰ ਜਿੱਦਾਂ ਬਹੁਤ ਐਪੀਡੈਮਿਕ ਹੈਗਾ ਉਹਦਾ ਵੀ ਵਧਿਆ ਹੋਇਆ ਕੈਂਸਰ ਦਾ, ਉਹਦੇ ਕਾਰਨ ਵੀ ਓਸਾਈਟ ਫ੍ਰੀਜ਼ਿੰਗ ਬਾਰੇ ਸਾਡੇ ਦਰਸ਼ਕਾਂ ਨੂੰ ਸ਼ੇਅਰ। ਜਿਹੜੀ ਡਿਮਾਂਡ ਹੈ ਉਹ ਅੱਜ ਕੱਲ੍ਹ ਵੱਧ ਰਹੀ ਹੈ। ਇੱਕ ਤਾਂ ਕੁਝ ਪੋਲਿਊਸ਼ਨ ਦਾ ਜਾਂ এনवायरमेंटल ਅਸਰ ਹੈ ਕਿ ਅੱਜ ਕੱਲ੍ਹ ਜਿਹੜੇ ਐਗਸ ਦੀ ਹੈਗੀ ਹੈ ਕੰਡੀਸ਼ਨ ਕਿ ਐਗਸ ਡਿਪਲੀਟ ਹੋ ਜਾਂਦੇ ਆ, ਜਾਂ ਪ੍ਰੀਮੈਚੁਰ ਓਵੇਰੀਅਨ ਆਪਾਂ ਫੇਲੀਅਰ ਇਹਨੂੰ ਕਹਿੰਦੇ ਆ, ਜਾਂ ਕਿ ਓਵੇਰੀਅਨ ਰਿਜ਼ਰਵ ਘਟ ਗਿਆ। ਪਹਿਲੇ ਅਸੀਂ ਇਹ ਪ੍ਰੋਬਲਮ ਦੇਖੀਦਾ ਸੀ ਕਿ 30-35 ਪਲੱਸ ਹੈ ਤਾਂ ਅਸੀਂ ਇਹ ਸਸਪੈਕਟ ਕਰੀਦਾ ਸੀ, ਲੇਕਿਨ ਅੱਜ ਕੱਲ੍ਹ ਇਹ ਕਹਿ ਲਓ ਕਿ ਛੋਟੀ ਉਮਰ ਦੀਆਂ ਕੁੜੀਆਂ ਸਾਡੇ ਕੋਲ ਆਉਂਦੀਆਂ ਕਿ ਕਿਸੇ ਦੀ 22 ਸਾਲ 25 ਸਾਲ ਉਮਰ ਹੈ ਤਾਂ ਵੀ ਓਵੇਰੀਅਨ ਰਿਜ਼ਰਵ ਘੱਟ ਹੈ। ਈਵਨ ਸਾਡੇ ਕੋਲ ਅਨਮੈਰਿਡ ਕੁੜੀਆਂ ਵੀ ਇਸ ਤਰ੍ਹਾਂ ਆਉਂਦੀਆਂ ਕਿ ਪੀਰੀਅਡ ਲੇਟ ਹੋ ਰਹੇ ਆ ਤਾਂ ਅਸੀਂ ਉਹ ਟੈਸਟ ਕਰਕੇ ਦੇਖੀਦੇ ਆ ਤਾਂ ਉਹਨਾਂ ਦੇ ਜਿਹੜਾ ਓਵਰੀਜ਼ 'ਚ ਐਗਸ ਹੈਗੇ ਆ ਉਹ ਬਹੁਤ ਹੀ ਘੱਟ ਹੁੰਦੇ ਆ, ਤਾਂ ਅਸੀਂ ਉਹਨਾਂ ਨੂੰ ਕਾਉਂਸਲ ਕਰੀਦਾ ਹੈ। ਔਰ ਅੱਜ ਕੱਲ੍ਹ ਇਸ ਚੀਜ਼ ਦੀ ਵੈਸੇ ਅਵੇਅਰਨੈਸ ਕਾਫੀ ਕੁੜੀਆਂ ਨੂੰ ਵੀ ਹੈਗੀ ਹੈ, ਕਾਫੀ ਲੋਕ ਸਾਡੇ ਕੋਲ ਆਉਂਦੇ ਆ, ਜਾਂ ਈਵਨ ਮੈਰਿਡ ਕਪਲਸ ਆ ਜਾਂਦੇ ਆ ਔਰ ਕੁੜੀਆਂ ਆ ਜਾਂਦੀਆਂ ਕਿ ਅਸੀਂ ਲੇਟਰ ਔਨ ਮੈਰਿਜ ਕਰਨੀ ਹੈ, ਹਲੇ ਅਸੀਂ ਆਪਣੇ ਕਰੀਅਰ ਨੂੰ ਧਿਆਨ ਦੇ ਰਹੇ ਹਾਂ, ਜਾਂ ਦੂਸਰਾ ਜਿਹੜਾ ਤੁਸੀਂ ਦੱਸਿਆ ਕਿ ਕੈਂਸਰ ਦੀ ਕੋਈ ਕੰਡੀਸ਼ਨ ਹੋਵੇ, ਤਾਂ ਇਹਨਾਂ ਸਾਰੀ ਕੰਡੀਸ਼ਨਸ ਦੇ ਵਿੱਚ ਅਸੀਂ ਇਹ ਆਪਸ਼ਨ ਓਸਾਈਟ ਫ੍ਰੀਜ਼ਿੰਗ ਦੀ ਇਹਨਾਂ ਕੁੜੀਆਂ ਨੂੰ ਆਫਰ ਕਰੀਦੀ ਹੈ। ਦੱਸੋ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਸਮਾਂ ਦਿੱਤਾ। ਸਾਨੂੰ ਪਤਾ ਕਿ ਪੇਸ਼ੈਂਟਸ ਦੀ ਜਿਹੜੀ ਹੈਗੀ ਓਵਰਲੈਪਿੰਗ ਹੈ, ਔਰ ਸਾਡੇ ਕੁਐਸਚਨ ਜਿਹੜੇ ਬਹੁਤ ਜ਼ਿਆਦਾ ਨੇ, ਕਿਉਂਕਿ ਡਾਕਟਰ ਸ਼ਵੇਤਾ ਤੁਸੀਂ ਤਾਂ ਇੱਕ ਭੰਡਾਰ ਹੋ ਹਰ ਚੀਜ਼ ਦਾ, ਜਿਸ ਤਰੀਕੇ ਨਾਲ ਤੁਸੀਂ ਸਾਡੇ ਦਰਸ਼ਕਾਂ ਨੂੰ ਅੱਜ ਜਾਣਕਾਰੀ ਦਿੱਤੀ ਹੈਗੀ ਆ, ਕੈਂਸਰ ਦੀ ਜਾਣਕਾਰੀ ਦਿੱਤੀ ਹੈਗੀ ਆ, ਔਰ ਲੇਡੀਜ਼ ਨੂੰ ਇੱਕ ਮੈਸੇਜ ਦਿੱਤਾ ਕਿ ਉਹ ਆਪਣੀ ਸਿਹਤ ਦਾ ਧਿਆਨ ਰੱਖਣ, ਕਿਉਂਕਿ ਉਹ ਸਾਰਾ ਘਿਓ ਜਿਹੜਾ ਮੱਖਣ ਹੈਗਾ ਉਹਨਾਂ ਨੇ ਆਉਂਦਾ ਮੇਰੇ ਬੱਚੇ ਖਾ ਲੈਣ, ਮੇਰੀ ਬੇਟੀਆਂ ਖਾ ਲੈਣ, ਔਰ ਉਹ ਆਪਣੇ ਲਈ ਜਿਹੜਾ ਹੈਗਾ ਉਹ ਵਿਚਾਰੇ ਰੁੱਖੀ ਸੁੱਖੀ ਵਾਲੀ ਗੱਲ ਹੁੰਦੀ ਆ। ਲੇਕਿਨ ਜਿਸ ਤਰੀਕੇ ਨਾਲ ਤੁਸੀਂ ਵੇਅਰ ਕਰ ਰਹੇ ਹੋ, ਜਿਸ ਤਰੀਕੇ ਨਾਲ ਸਾਡੇ ਦਰਸ਼ਕ ਦੇਖ ਰਹੇ, ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਇੰਨੇ ਜ਼ਿਆਦਾ ਪ੍ਰੈਸ਼ਰ ਸਿਚੁਏਸ਼ਨ ਦੇ ਵਿੱਚ ਬਹੁਤ ਬਹੁਤ ਧੰਨਵਾਦ। ਹਾਂਜੀ, ਥੈਂਕ ਯੂ ਸੋ ਮਚ। ਔਰ ਤੁਸੀਂ ਆਪਣਾ ਖਿਆਲ ਰੱਖੋ, ਆਪਣੇ ਪਰਿਵਾਰ ਦਾ ਖਿਆਲ ਰੱਖੋ, ਔਰ ਹਮੇਸ਼ਾ ਹੈਲਦੀ ਔਰ ਹੱਸਦੇ ਮੁਸਕਰਾਉਂਦੇ ਰਹੋ। ਥੈਂਕ ਯੂ।